ਪੰਜਾਬ ਦੀਆਂ ਪ੍ਰਮੁੱਖ ਸਿਆਸੀ ਤੇ ਸਮਾਜਿਕ ਖਬਰਾਂ ਦੇ ਸਾਡੇ ਇਸ ਖਾਸ ਬੁਲੇਟਿਨ ਪੰਜਾਬ ਇਸ ਵੇਲੇ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਜਗਦੀਸ਼ ਸੰਧੂ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਭਾਰਤੀ ਚੋਣ ਕਮਿਸ਼ਨ ਵੱਲੋਂ ਦੇਸ਼ ਦੇ 5 ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ। ਭਾਰਤੀ ਚੋਣ ਕਮਿਸ਼ਨ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਦੇਸ਼ ਦੇ 5 ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ। ਦੇਸ਼ ਦੇ 5 ਸੂਬਿਆਂ ਦੇ ਵਿੱਚ 18 ਕਰੋੜ ਵੋਟਰਾਂ ਵੱਲੋਂ ਵਿਧਾਨ ਸਭਾ ਦੀਆਂ ਇਹ ਚੋਣਾਂ ਦੇ ਲਈ ਵੋਟਾਂ ਪਾਈਆਂ ਜਾਣਗੀਆਂ। ਪੰਜਾਬ ਦੇ ਵਿੱਚ ਚੋਣਾਂ 14 ਫਰਵਰੀ ਨੂੰ ਹੋਣਗੀਆਂ। ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਚੋਣ ਅਫਸਰ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸੂਬੇ ਵਿੱਚ ਚੋਣਾਂ ਸੰਬੰਧੀ ਪੂਰੀ ਜਾਣਕਾਰੀ ਦਿੱਤੀ ਗਈ ਹੈ। ਇਸ ਦੌਰਾਨ ਸਿਆਸੀ ਰੈਲੀਆਂ ਦੇ ਉੱਪਰ ਵੀ ਹੁਣ ਪਾਬੰਦੀ ਲਗਾ ਦਿੱਤੀ ਗਈ ਹੈ। ਕੋਵਿਡ ਦੇ ਹਾਲਾਤਾਂ ਦੇ ਚੱਲਦਿਆਂ ਅਜਿਹੇ ਨਿਰਦੇਸ਼ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਨੇ। ਕੋਵਿਡ ਦੇ ਹਾਲਾਤਾਂ ਦੇ ਚੱਲਦਿਆਂ ਇਹ ਚੋਣਾਂ ਜਲਦੀ ਕਰਵਾਈਆਂ ਜਾ ਰਹੀਆਂ ਨੇ। ਸੋ 5 ਰਾਜਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਲਈ ਐਲਾਨ ਕੀਤਾ ਗਿਆ, ਜਿੱਥੇ 18 ਕਰੋੜ ਵੋਟਰ ਵੋਟਾਂ ਪਾਉਣਗੇ। ਅਜਿਹੇ ਵਿੱਚ ਹੁਣ ਸੂਬੇ ਦੇ ਵਿੱਚ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਮੁਤਾਬਕ ਚੋਣ ਜਾਬਤਾ ਵੀ ਲੱਗ ਗਿਆ ਹੈ। ਸੋ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਮੁਤਾਬਕ ਹੀ ਹੁਣ ਅਗਲੇ ਸਿਆਸੀ ਅਤੇ ਸਮਾਜਿਕ ਕਾਰਜ ਹੋ ਸਕਣਗੇ। इलेक्शन मशीनरी को गाइडलाइन जारी कर दिया है। रिक्वेस्ट ये है पॉलिटिकल पार्टी से डिजिटल वर्चुअल कैंपेन पे ज़्यादा ध्यान दें और इस बार जो एक्सपेंडिचर लिमिट है वो बढ़ा दिया गया है, 40 लाख हो गया। और कोविड अप्रोप्रिएट बिहेवियर इज ए मस्ट, कंपल्सरी, नॉन निगोशिएबल एंड जीरो टॉलरेंस। कोविड अप्रोप्रिएट बिहेवियर by all concerned stakeholders, zero tolerance हम इसमें अपनाएंगे। Mandatory for all stakeholders to ensure COVID appropriate behavior. No road shows, yatras, cycle rallies, vehicle rallies till 15th जनवरी। इसके बाद फिर इलेक्शन कमीशन ऑफ इंडिया रिव्यू करेगा और उसके बाद जेडे भी सानू इंस्ट्रक्शन मिलेगा फिर तुहाडे राही मैं पॉलिटिकल पार्टीज नू पंजाब दी सारी जनता नू मैं इन्फॉर्म करूंगा तुहाडे राही। और कैंपेन कर्फ्यू इलेक्शन कमीशन ने एक शब्द दिया है, 8 शाम को 8 PM से सवेरे 8 PM तक कोई कैंपेन वगैरह नहीं करना। एंड नो नुक्कड़ नाटक, कॉर्नर्स एट पब्लिक प्लेसेस, ध्यान रखना पब्लिक प्लेसेस में कोई इस तरीका कोई नहीं करना ताकि जो लोगों की सेहत लिए खतरनाक हो। नो विक्ट्री प्रोसेशंस, ओनली अगर जाना है तो 2 लोग जा सकते हैं विक्ट्री प्रोसेशन के लिए एज पर दी ROs का गाइडलाइंस देता है उसके हिसाब से। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਟਰੱਕ ਆਪਰੇਟਰ ਯੂਨੀਅਨ ਦੇ ਨਾਲ ਅੱਜ ਇੱਕ ਮੁਲਾਕਾਤ ਕੀਤੀ ਗਈ। ਇਸ ਮੁਲਾਕਾਤ ਦੌਰਾਨ CM ਚੰਨੀ ਨੇ ਟਰੱਕ ਆਪਰੇਟਰ ਯੂਨੀਅਨ ਦੀਆਂ ਕਈ ਮੰਗਾਂ ਪ੍ਰਵਾਨ ਕੀਤੀਆਂ ਨੇ। ਇਸ ਮੌਕੇ CM ਚੰਨੀ ਨੇ ਐਲਾਨ ਕੀਤਾ ਹੈ ਕਿ ਟਰੱਕ ਯੂਨੀਅਨਾਂ ਨੂੰ ਉਹਨਾਂ ਵੱਲੋਂ ਬਹਾਲ ਕਰ ਦਿੱਤਾ ਗਿਆ। CM ਚੰਨੀ ਨੇ ਕਿਹਾ ਕਿ ਟਰੱਕ ਯੂਨੀਅਨ ਅਤੇ ਇੰਡਸਟਰੀ ਦੇ ਨੁਮਾਇੰਦੇ ਬੈਠ ਕੇ ਰੇਟ ਤੈਅ ਕਰਿਆ ਕਰਨਗੇ। ਇਸ ਤਰ੍ਹਾਂ ਨਾ ਤਾਂ ਟਰੱਕ ਆਪਰੇਟਰਾਂ ਨੂੰ ਕੋਈ ਨੁਕਸਾਨ ਹੋਵੇਗਾ ਤੇ ਇੰਡਸਟਰੀ ਨੂੰ ਵੀ ਫਾਇਦਾ ਹੋਵੇਗਾ। ਇਸ ਮੌਕੇ CM ਚੰਨੀ ਨੇ ਪੱਲੇਦਾਰ ਯੂਨੀਅਨ ਦੀਆਂ ਵੀ ਕਈ ਮੰਗਾਂ ਸੁਣੀਆਂ ਅਤੇ ਉਹਨਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਅੱਜ ਪੰਜਾਬ ਦੇ ਟਰੱਕ ਯੂਨੀਅਨ ਦੇ ਸਾਰੇ ਲੀਡਰ ਸਾਹਿਬਾਨ, ਉਹਨਾਂ ਦੇ ਪ੍ਰਧਾਨ ਤੇ ਹੋਰ ਲੀਡਰ ਮੈਨੂੰ ਆ ਕੇ ਮਿਲੇ ਹੈ। ਕਈ ਦਿਨਾਂ ਤੋਂ ਇਹਨਾਂ ਨਾਲ ਵਿਚਾਰ ਵਟਾਂਦਰਾ ਚੱਲ ਰਿਹਾ ਹੈ। ਟਰੱਕ ਯੂਨੀਅਨਾਂ ਦਾ ਬਹਾਲ ਕਰਨ ਦਾ ਜਿਹੜਾ ਮਸਲਾ ਹੈ ਉਹਦੇ ਤੇ ਵਿਚਾਰਾਂ ਕਈ ਦਿਨਾਂ ਤੋਂ ਚੱਲ ਰਹੀਆਂ। ਪਿਛਲੀ ਸਰਕਾਰ ਵੱਲੋਂ ਟਰੱਕ ਯੂਨੀਅਨਾਂ ਬੰਦ ਕਰ ਦਿੱਤੀਆਂ ਗਈਆਂ ਸੀ, ਸਾਡੀ ਹੀ ਸਰਕਾਰ ਦੇ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਸਰਕਾਰ ਸੀ, ਲੇਕਿਨ ਉਹਦੇ ਨਾਲ ਕਿਹਾ ਹੈ ਕਿ ਟਰੱਕਾਂ ਨੂੰ ਬੜਾ ਨੁਕਸਾਨ ਹੋ ਰਿਹਾ ਹੈ। ਇਸ ਕਰਕੇ ਅਸੀਂ ਐਸਾ ਅੱਜ ਫੈਸਲਾ ਕਰ ਰਹੇ ਹਾਂ ਕਿ ਇਹਦੇ ਨਾਲ ਟਰੱਕਾਂ ਨੂੰ ਵੀ ਨੁਕਸਾਨ ਨਾ ਹੋਵੇ ਤੇ ਇੰਡਸਟਰੀ ਦਾ ਵੀ ਕੋਈ ਨੁਕਸਾਨ ਨਾ ਹੋਵੇ। ਜਿਹੜੇ ਰੇਟ ਹੈ ਉਹ SDM ਦੇ ਵਿੱਚ ਇੱਕ ਇੰਡਸਟਰੀ ਦਾ ਤੇ ਇੱਕ ਟਰੱਕਾਂ ਦਾ ਨੁਮਾਇੰਦਾ ਲੈ ਕੇ ਫਿਕਸ ਕੀਤੇ ਜਾਇਆ ਕਰਨਗੇ। ਲੇਕਿਨ ਮੈਂ ਟਰੱਕਾਂ ਵਾਲਿਆਂ ਵਾਸਤੇ ਖੁਸ਼ਖਬਰੀ ਦੇ ਰਿਹਾ ਕਿ ਅਸੀਂ ਟਰੱਕ ਯੂਨੀਅਨਾਂ ਨੂੰ ਬਹਾਲ ਕਰਨ ਦਾ ਫੈਸਲਾ ਮੈਂ ਸਾਰੇ ਭਰਾਵਾਂ ਨੂੰ, ਸਾਰੇ ਟਰੱਕ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ और उन्होंने बेनती करना है कि हर गल नूं सही तरीके दे नाल सही रेट लगा के करना है। किसी तरह नूं किसी काम दे विच दिक्कत ना आवे। पंजाब दे विच इंडस्ट्री भी कामयाब होनी चाहिए, ट्रक भी कामयाब होने चाहिए। इस तरह का असीं फार्मूला बनाया कि SDM जिहड़े रेट है वो ट्रक यूनियन का नुमाइंदा लैके ते इंडस्ट्री का नुमाइंदा लेके जिथे इंडस्ट्री की जरूरत है
ਉੱਥੇ ਉਹਨਾਂ ਵੱਲੋਂ ਜਿਹੜੇ ਰੇਟ ਸਾਂਝੇ ਤੌਰ ਤੇ ਫਿਕਸ ਕੀਤੇ ਜਾਣਗੇ ਤਾਂ ਕਿ ਇੰਡਸਟਰੀ ਦਾ ਵੀ ਕੋਈ ਨੁਕਸਾਨ ਨਾ ਹੋਵੇ, ਇੱਕ ਤਰਫੀ ਰੇਟ ਨਾ ਲੱਗਣ। ਲੇਕਿਨ ਟਰੱਕਾਂ ਵਾਲਿਆਂ ਦੀ ਵੀ ਬਹੁਤ ਜ਼ਰੂਰਤ ਹੈ। ਬਹੁਤ ਘਰ ਹੈ ਜਿਹੜੇ ਇੱਕ ਟਰੱਕ ਦੇ ਨਾਲ ਪੜ ਰਹੇ ਹੈ, ਕੋਈ 2 ਟਰੱਕ ਹੈ। ਟਰੱਕਾਂ ਦਾ ਜਿਹੜਾ ਬਿਜ਼ਨਸ ਹੈ ਬਹੁਤ ਡਾਊਨ ਜਾ ਰਿਹਾ ਹੈ। ਇਸ ਕਰਕੇ ਅਸੀਂ ਇਹ ਫੈਸਲਾ ਲਿਆ ਹੈ। ਸੋ ਮੈਨੂੰ ਬੜੀ ਉਮੀਦ ਹੈ ਕਿ ਇਹਦੇ ਨਾਲ ਪੰਜਾਬ ਦੇ ਵਿੱਚ ਸਹੀ ਤਰੀਕੇ ਦੇ ਨਾਲ ਸਹੀ ਰੇਟ ਟਰੱਕਾਂ ਵਾਲਿਆਂ ਨੂੰ ਮਿਲਣਗੇ ਤੇ ਇੰਡਸਟਰੀ ਦਾ ਵੀ ਸਹੀ ਤਰੀਕੇ ਨਾਲ ਰੇਟ ਲੱਗਣਗੇ। ਥੈਂਕ ਯੂ। ਕੁਲਜੀਤ ਸਿੰਘ ਨਾਗਰਾ ਵੱਲੋਂ ਲਾਈਵ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਉੱਪਰ ਤਿੱਖੇ ਇਲਜ਼ਾਮ ਲਗਾਏ ਗਏ ਨੇ। ਨਾਗਰਾ ਨੇ ਕਿਹਾ ਹੈ ਕਿ ਉਹਨਾਂ ਦੇ ਸਮਰਥਕਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਅਤੇ ਅਫਸਰਾਂ ਦੇ ਨਾਲ ਵੀ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਕੁਲਜੀਤ ਸਿੰਘ ਨਾਗਰਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਉੱਪਰ ਲਗਾਏ ਨੇ। ਅੱਜ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ 14 ਫਰਵਰੀ ਨੂੰ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਔਰ 2017 ਦੀਆਂ ਵਿਧਾਨ ਸਭਾ ਚੋਣਾਂ ਜਿਹੜੀਆਂ ਤੁਸੀਂ ਸਾਰਿਆਂ ਨੇ ਰਲ ਕੇ ਲੜੀਆਂ ਔਰ ਹਲਕਾ ਫਤਿਹਗੜ੍ਹ ਸਾਹਿਬ ਦੇ ਸਤਿਕਾਰਯੋਗ ਲੋਕਾਂ ਨੇ ਮੇਰੀ ਝੋਲੀ ਦੇ ਵਿੱਚ ਇਸ ਪਵਿੱਤਰ ਧਰਤੀ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੀ ਪਵਿੱਤਰ ਧਰਤੀ ਫਤਿਹਗੜ੍ਹ ਸਾਹਿਬ ਦੀ ਸੇਵਾ ਪਾਈ। ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਔਰ ਦੇਖਦੇ ਹੋ ਆਪਣੇ ਇਲਾਕੇ ਨੂੰ ਸਰਵਪੱਖੀ ਵਿਕਾਸ ਜਿਹੜਾ ਹੈਗਾ ਆ ਉਹ ਤਕਰੀਬਨ 5 ਸਾਲਾਂ ਦੇ ਵਿੱਚ ਮੈਂ ਤੇ ਮੇਰੇ ਪਰਿਵਾਰ ਵੱਲੋਂ ਪੂਰਨ ਰੂਪ ਦੇ ਵਿੱਚ ਸੇਵਾ ਨੂੰ ਲੈਂਦਿਆਂ ਹੋਇਆ ਔਰ ਸੇਵਾ ਨੂੰ ਸਮਝਦਿਆਂ ਹੋਇਆ ਪੂਰੀ ਦ੍ਰਿੜਤਾ ਨਾਲ ਸਾਫ਼ ਸੁਥਰੇ ਤਰੀਕੇ ਨਾਲ ਇਮਾਨਦਾਰੀ ਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਕੀਤਾ ਆ ਜਿਹੜਾ ਕਿ ਆਪਣੇ ਆਪ ਦੇ ਵਿੱਚ ਵਿਕਾਸ ਇੱਕ ਮੂੰਹ ਬੋਲਦੀ ਤਸਵੀਰ ਹੈ ਫਤਿਹਗੜ੍ਹ ਸਾਹਿਬ ਹਲਕੇ ਦੀ। ਮੈਂ ਜਿੱਥੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ 2 ਵਾਰ 2012 ਤੋਂ 17 ਔਰ 17 ਤੋਂ 22 ਤੱਕ ਦੀਆਂ 2 ਵਿਧਾਨ ਸਭਾ ਦੀਆਂ ਟਰਮਾਂ ਮੈਨੂੰ ਦਿੱਤੀਆਂ ਔਰ ਜਿਹੜੀ ਗੱਲ ਮੈਂ ਤੁਹਾਡੇ ਨਾਲ ਕੀਤੀ ਸੀਗੀ ਕਿ ਤੁਸੀਂ ਮੇਰੀ ਝੋਲੀ ਦੇ ਵਿੱਚ ਸੇਵਾ ਪਾ ਦਿਓ, ਮੈਂ ਇਮਾਨਦਾਰੀ ਤੇ ਦ੍ਰਿੜਤਾ ਦੇ ਨਾਲ ਤੁਹਾਡੇ ਹੱਕ ਤੇ ਸੱਚ ਦੀ ਲੜਾਈ ਲੜਦਾ ਹੋਇਆ ਇਲਾਕੇ ਦਾ ਵਿਕਾਸ ਕਰਾਂਗਾ, ਉਹ ਤੁਹਾਡੇ ਸਾਹਮਣੇ ਹੈ ਔਰ ਤੁਸੀਂ ਉਹਦੇ ਸਭ ਤੋਂ ਵੱਡੇ ਜੱਜ ਹੋ। ਅੱਜ ਕੁਝ ਲੋਕ ਜਿਨ੍ਹਾਂ ਨੂੰ ਇਹ ਵਿਕਾਸ ਚੰਗਾ ਨਹੀਂ ਲੱਗਦਾ, ਜਿਨ੍ਹਾਂ ਦੇ ਕੋਲ ਕੋਈ ਮੁੱਦਾ ਨਹੀਂ ਹੈਗਾ, ਉਹ ਹੋਸ਼ੀਆਂ ਹਰਕਤਾਂ ਤੇ ਉਤਰੇ ਹੋਏ ਨੇ। ਜਿਵੇਂ ਕਿ ਅੱਜ ਵੀ ਤੁਸੀਂ ਦੇਖਿਆ ਹੋਊਗਾ ਕਿ ਅਜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਆਪਣੀ ਪ੍ਰੈਸ ਕਾਨਫਰੰਸ ਸ਼ੁਰੂ ਹੀ ਕੀਤੀ ਹੋਊਗੀ ਤਾਂ ਸਰਕਾਰੀ ਦਫ਼ਤਰਾਂ ਦੇ ਵਿੱਚ ਆਪਣੇ ਨਾਲ ਭਾਰੀ ਗਿਣਤੀ ਦੇ ਵਿੱਚ ਗੁੰਡਿਆਂ ਨੂੰ ਲੈ ਕੇ ਲੋਕਾਂ ਨੂੰ ਲੈ ਕੇ ਜਿੱਥੇ ਅਫਸਰਾਂ ਨੂੰ ਧਮਕਾਉਣ ਦਾ, ਅਫਸਰਾਂ ਨੂੰ ਜਿਹੜਾ ਦਫ਼ਤਰਾਂ ਦੇ ਵਿੱਚ ਬੰਦ ਕਰਨ ਦਾ, ਉਹਨਾਂ ਨੂੰ ਦਫ਼ਤਰ ਦੇ ਵਿੱਚੋਂ ਨਾ ਨਿਕਲਣ ਦੇਣ ਦਾ ਇੱਕ ਤਾਜ਼ਾ ਤਸਵੀਰ ਉਹਨਾਂ ਦੀ ਲਾਈਵ ਵੀਡੀਓ ਦੇ ਵਿੱਚ ਤੁਸੀਂ ਦੇਖੀ ਹੋਊਗੀ ਸਰਦਾਰ ਜਗਦੀਪ ਸਿੰਘ ਚੀਮਾ ਤੇ ਉਹਦੇ ਲੜਕੇ ਵੱਲੋਂ। ਔਰ ਤੁਸੀਂ ਦੇਖਿਆ ਹੋਊਗਾ ਕਿ ਕਿਵੇਂ ਆਪਣੀ ਇੱਕ ਭੈਣ ਜਿਹੜੀ ਕਿ ਮੇਰੀ ਪਤਨੀ ਹੈ, ਜਿਨ੍ਹਾਂ ਨੂੰ ਇਹ ਭੈਣ ਦੀ ਕਹਿੰਦੇ ਨੇ, ਉਹਨਾਂ ਦੇ ਹੱਥਾਂ ਦੇ ਵਿੱਚੋਂ ਕਾਗਜ਼ ਕਿਵੇਂ ਖੋਹਦੇ ਸੀਗੇ। ਅੱਜ ਇਸ ਗੱਲ ਨੇ ਸਾਬਤ ਕਰਤਾ ਕਿ ਇਹ ਗੁੰਡਾਗਰਦੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਦੇ ਵਿੱਚ ਹੋਈ ਕਥਿਤ ਖਾਮੀ ਨੂੰ ਲੈ ਕੇ ਬੀਜੇਪੀ ਦੇ ਆਗੂ ਤਰੁਣ ਚੁੱਗ ਵੱਲੋਂ ਤਾਜ਼ਾ ਸਿਆਸੀ ਬਿਆਨ ਜਾਰੀ ਕੀਤਾ ਗਿਆ। ਤਰੁਣ ਚੁੱਗ ਨੇ ਸੂਬਾ ਸਰਕਾਰ ਦੇ ਉੱਪਰ ਇਸ ਮਾਮਲੇ ਨੂੰ ਲੈ ਕੇ ਤਿੱਖੇ ਸਿਆਸੀ ਇਲਜ਼ਾਮ ਲਗਾਏ ਨੇ। ਤਰੁਣ ਚੁੱਗ ਨੇ ਕਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਦੀ ਭੂਮਿਕਾ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਜਵਾਬ ਦੇਵੇ ਕਿ ਇਸ ਮਾਮਲੇ ਦੇ ਵਿੱਚ ਸੂਬਾ ਸਰਕਾਰ ਵੱਲੋਂ ਉਚਿਤ ਕਾਰਵਾਈ ਕਿਉਂ ਨਹੀਂ ਕੀਤੀ ਗਈ। ऐसा है कि मैं चन्नी साहब को कुछ सवाल पूछना चाहना। चन्नी साहब दसो PM ਦਾ रूट लीक किस तरह होया? ਜਦੋਂ ਪ੍ਰਧਾਨ ਮੰਤਰੀ रूट ਦੇ ਵਿੱਚ ਫਸ ਗਏ ਸੀ ਤੇ PM ਤੋਂ ਫੋਨ ਆਇਆ ਸੀ, ਤੁਸੀਂ ਕਿਉਂ ਨਹੀਂ ਸੁਣਿਆ? नंबर 3, PM प्रोटोकॉल च जब PM टूर करता है तो CM DGP चीफ सैकटरी ਉਹਨਾਂ ਦੇ ਨਾਲ ਹੁੰਦੇ, ਤਿੰਨੇ ਹੀ ਐਬਸੈਂਟ ਸੀ। क्यों एबसेंट सी? तुसी अपना बहाना लाया। मुख्यमंत्री साहब जवाब देना जरूर। तुसी
ਕਹਿੰਦੇ ਮੇਰੇ ਕੋਲ ਹਰ ਚੀਜ਼ ਦਾ ਜਵਾਬ ਹੈ। ਜਵਾਬ ਜ਼ਰੂਰ ਦੇਣਾ ਕਿ ਇੱਕ ਪਾਸੇ ਕਹਿ ਰਹੇ ਹੋ ਮੈਨੂੰ ਫਲੂ ਹੈ, ਦੂਸਰੇ ਪਾਸੇ ਕਿਸੇ ਟੀਵੀ ਨੂੰ ਤੁਸੀਂ ਇੰਟਰਵਿਊ ਦੇ ਰਹੇ ਹੋ ਸੇਮ ਟਾਈਮ। ਪ੍ਰੋਟੈਸਟਰਸ ਕਹਿ ਰਹੇ ਨੇ ਕਿ ਸਾਨੂੰ ਅਸੀਂ ਹੈਲੀਪੈਡ ਦੇ ਕੋਲ ਲੁੱਕ ਕੇ ਬੈਠੇ ਸਾਂ। ਲੁੱਕ ਕੇ ਹੈਲੀਪੈਡ ਤੱਕ ਕਿਸ ਤਰ੍ਹਾਂ ਪਹੁੰਚੇ? ਸਿੱਖ ਫॉर ਜਸਟਿਸ ਔਰ ਬਾਕੀ ਲੋਕਾਂ ਦੀ ਜਿਹੜੀਆਂ ਧਮਕੀਆਂ ਆਈਆਂ ਸੀ, ਉਸ ਧਮਕੀਆਂ ਤੋਂ ਬਾਅਦ ਤੁਸੀਂ ਕੀ ਕਾਰਵਾਈ ਕੀਤੀ? ਕੁਐਸਚਨ ਨੰਬਰ 6, ਅਲੱਗ-ਅਲੱਗ ਧਮਕੀਆਂ ਜਦੋਂ ਆਈਆਂ, ਪੰਜਾਬ ਰੈੱਡ ਅਲਰਟ ਤੇ ਚਲਾ ਗਿਆ। PM ਵਿਜ਼ਿਟ ਦੇ ਅੰਦਰ ਤੁਸੀਂ ਕਿੰਨੇ ਅਪਰਾਧੀਆਂ ਨੂੰ ਫੜਿਆ? ਸ਼ੱਕ ਦੇ ਘੇਰੇ ਚ ਆਉਣ ਵਾਲੇ ਕਿੰਨੇ ਲੋਕ ਅੰਦਰ ਦਿੱਤੇ? ਕੋਈ ਲਿਸਟ ਹੈ ਤੁਹਾਡੇ ਕੋਲ? ਕੁਐਸਚਨ ਨੰਬਰ 7, ਜਦੋਂ ਪੰਜਾਬ ਦੇ ਅੰਦਰ ਜਿੰਦਾ ਟਿਫਨ ਬੰਬ ਘੁੰਮ ਰਹੇ ਨੇ, ਤੁਹਾਡੇ ਪੁਲਿਸ ਦੇ ਅਫਸਰਾਂ ਨੇ ਪੁਸ਼ਟੀ ਕੀਤੀ ਕਿ ਟਿਫਨ ਬੰਬ ਜਿੰਨੇ ਆਏ ਸੀ ਉਹ ਸਾਰੇ ਫੜੇ ਨਹੀਂ ਗਏ, ਉਹ ਬਾਹਰ ਨੇ। ਅਸੀਂ ਕੋਈ ਕਲੀਨ ਡਰਾਈਵ ਚਲਾਈ? ਲੁਧਿਆਣਾ ਦੇ ਬੰਬ ਬਲਾਸਟ ਤੋਂ ਬਾਅਦ ਕਿਆ ਉਹ ਬੰਬ ਬਲਾਸਟ ਕਿਸੇ ਵੱਡੇ ਕਾਂਡ ਨੂੰ ਚੈੱਕ ਕਰਨ ਵਾਸਤੇ ਉਸ ਬੰਬ ਨੂੰ ਚੈੱਕ ਕੀਤਾ ਗਿਆ ਸੀ? ਫਿਰ ਉਹਨੂੰ ਰੋਕਿਆ ਕਿਉਂ ਗਿਆ? ਉਹਦੀ ਜਾਂਚ ਨੂੰ ਰੋਕਿਆ ਕਿਉਂ ਗਿਆ? ਕਿਉਂ ਪੰਜਾਬ ਦੇ ਸਾਰੇ ਪੁਲਿਸ ਅਫਸਰਾਂ ਨੂੰ ਕਿਹਾ ਗਿਆ ਕਿ ਡਰੋਨ ਆਉਣ ਦੀ ਜਾਂ ਡਰੋਨ ਦੁਆਰਾ ਹਥਿਆਰ ਸੁੱਟਣ ਦੀ ਖਬਰ ਪ੍ਰੈਸ ਨੂੰ ਨਾ ਦਿੱਤੀ ਜਾਏ? ਕਿੰਨੇ ਜਾਲੀ ਕਲੀਅਰੈਂਸ ਜਾਰੀ ਕੀਤੀ ਦੱਸੋ? PM ਸੁਰੱਖਿਆ ਦਾ ਲੋਕਲ ਦਸਤਾ ਘੇਰਾ ਜਿਹੜਾ ਹੁੰਦਾ ਉਹ 10 ਕਿਲੋਮੀਟਰ ਅੱਗੇ ਚੱਲਦਾ, ਉਹ ਕਿੱਥੇ ਸੀ? ਸੂਬੇ 'ਚ ਬੀਜੇਪੀ ਦੀ ਰੱਖੀ ਗਈ ਸਿਆਸੀ ਰੈਲੀ ਦੇ ਫੇਲ ਹੋਣ ਨੂੰ ਲੈ ਕੇ ਕੀਤੇ ਗਏ ਇੱਕ ਸਵਾਲ ਦਾ ਜਵਾਬ ਦਿੰਦਿਆਂ ਤਰੁਣ ਚੁੱਗ ਨੇ ਕਿਹਾ ਕਿ ਸੂਬੇ ਦੇ ਲੋਕ ਜਾਣਦੇ ਨੇ ਕਿ ਪ੍ਰਧਾਨ ਮੰਤਰੀ ਮੋਦੀ ਦੀਆਂ ਪੰਜਾਬ ਵਿੱਚ ਹੋਈਆਂ ਰੈਲੀਆਂ ਦੇ ਵਿੱਚ ਕਿੰਨਾ ਭਰਵਾਂ ਇਕੱਠ ਹੋਇਆ ਸੀ। ਇਸ ਮੌਕੇ ਉਹਨਾਂ ਇਲਜ਼ਾਮ ਲਗਾਏ ਕਿ ਸੂਬੇ ਦੇ ਵਿੱਚ ਥਾਂ-ਥਾਂ ਤੇ ਬੀਜੇਪੀ ਵਰਕਰਾਂ ਨੂੰ ਰੈਲੀ ਵਿੱਚ ਪਹੁੰਚਣ ਤੋਂ ਰੋਕਿਆ ਗਿਆ ਤੇ ਬੀਜੇਪੀ ਕੋਲ ਇਸ ਦੇ ਪੁਖਤਾ ਸਬੂਤ ਮੌਜੂਦ ਨੇ। ਮੈਨੂੰ ਦੋ ਗੱਲਾਂ ਅਲੱਗ-ਅਲੱਗ ਨੇ, ਇੱਕ ਸਿਕਿਉਰਿਟੀ ਬ੍ਰੀਚ ਹੈ ਔਰ ਕੁਰਸੀਆਂ ਖਾਲੀ ਦਾ ਜਵਾਬ ਅਲੱਗ ਹੈ। ਚੰਨੀ ਸਾਹਿਬ, ਸਰਦਾਰ ਮਨਮੋਹਨ ਸਿੰਘ ਜੀ ਵੀ ਪੰਜਾਬ ਆਉਂਦੇ ਸੀ ਤੇ ਮੋਦੀ ਸਾਹਿਬ ਵੀ ਪੰਜਾਬ ਆਏ। ਮੋਦੀ ਸਾਹਿਬ ਦੀਆਂ ਪੰਜਾਬ ਦੀਆਂ ਰੈਲੀਆਂ ਤੁਸੀਂ ਵੀ ਦੇਖੀਆਂ ਔਰ ਸਿੱਧੂ ਸਾਹਿਬ ਤੁਸੀਂ ਉਹਦੇ ਅੱਗੇ ਖੜੇ ਹੋ ਕੇ ਭੰਡਾ ਵਾਂਗੂ ਗਾਣੇ ਵੀ ਗਾਏ। ਸਾਡੇ ਕੋਲ ਫੁਟੇਜ ਨੇ 3400 ਕਿੰਨੇ ਬੱਸਿਸ ਦੀ, ਜਿਹਨੂੰ ਤੁਸੀਂ ਉੱਥੇ ਪਹੁੰਚਣ ਨਹੀਂ ਦਿੱਤਾ। ਇਹ ਦੂਜਾ ਛੜਯੰਤਰ ਹੈ, ਛੜਯੰਤਰ ਪਾਰਟ ਨੰਬਰ 2 ਕਿ ਕਿਸੇ ਤਰੀਕੇ ਜਨਤਾ ਰੋਕੋ। ਨਹੀਂ ਰੋਕ ਸਕਦੇ ਪੰਜਾਬੀਅਤ ਨੂੰ, ਪੰਜਾਬ ਨੂੰ, ਕਿਉਂਕਿ ਪੰਜਾਬ ਵਾਸਤੇ ਮੋਦੀ ਸਾਹਿਬ ਨੇ ਬਹੁਤ ਕੰਮ ਕੀਤੇ ਔਰ ਪੰਜਾਬੀ ਮੋਦੀ ਸਾਹਿਬ ਨਾਲ ਬਹੁਤ ਪਿਆਰ ਕਰਦਾ। ਕਰ ਲਿਆ ਛੜਯੰਤਰ, ਤੁਸੀਂ ਨੰਗੇ ਹੋ ਗਏ ਜਗ੍ਹਾ ਜਗ੍ਹਾ ਤੇ ਬੱਸਾਂ ਰੋਕ ਕੇ। ਲੇਕਿਨ ਕੁਐਸਚਨ ਨੰਬਰ 1 ਅਲੱਗ ਹੈ, ਕੁਐਸਚਨ ਨੰਬਰ 2 ਅਲੱਗ ਹੈ। ਇਹਦਾ ਮਤਲਬ ਬੱਸਾਂ ਅਸੀਂ ਤੁਹਾਨੂੰ ਕਹਿੰਦੇ ਬੱਸਾਂ ਸਾਡੇ ਕੋਲ ਲਿਸਟ ਹੈਗੀ, ਫੋਟੋਜ਼ ਹੈਗੀਆਂ, ਕਿੱਥੇ ਕਿੱਥੇ ਰੋਕਿਆ ਉਹ ਵੀ ਪਤਾ ਹੈ, ਤੁਹਾਨੂੰ ਵੀ ਪਤਾ ਹੈ। ਲੇਕਿਨ ਸਿਕਿਉਰਿਟੀ ਲੈਪਸ ਕਿਉਂ ਹੋਇਆ, ਉਹਦਾ ਜਵਾਬ ਦੇਣਾ ਪਏਗਾ। ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਲਈ ਤਰੀਕਾਂ ਦੇ ਐਲਾਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਇਸ ਦਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਲੰਮੇ ਸਮੇਂ ਤੋਂ ਇਸ ਤਰੀਕ ਦਾ ਇੰਤਜ਼ਾਰ ਸੀ ਤੇ ਹੁਣ ਸੂਬੇ ਦੇ ਲੋਕ ਇਮਾਨਦਾਰ ਅਤੇ ਚੰਗੀ ਛਵੀ ਵਾਲੇ ਆਗੂਆਂ ਨੂੰ ਮੌਕਾ ਦੇਣਗੇ। ਬਹੁਤ ਖੁਸ਼ੀ ਹੈ ਕਿ ਭਾਰਤ ਦੇ ਚੋਣ ਕਮਿਸ਼ਨ ਨੇ 5 ਰਾਜਾਂ ਦੀਆਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਔਰ ਪੰਜਾਬ ਦੇ ਵਿੱਚ 14 ਫਰਵਰੀ ਨੂੰ ਵੋਟਾਂ ਪੈਣ ਦਾ ਸਮਾਂ ਮਿਲਿਆ। ਮੈਂ ਭਾਰਤ ਦੇ ਚੋਣ ਕਮਿਸ਼ਨ ਦਾ ਧੰਨਵਾਦ ਵੀ ਕਰਦਾ ਔਰ ਮਹਿਸੂਸ ਕਰਦਾ ਕਿ ਪੰਜਾਬ ਦੇ ਲੋਕਾਂ ਵਾਸਤੇ ਉਹ ਦਿਨ 14 ਫਰਵਰੀ ਆ ਗਿਆ ਜਿਹੜਾ ਕਿ ਲੰਬੇ ਸਮੇਂ ਤੋਂ ਇੱਕ ਇੱਕ ਦਿਨ ਲਗਾਤਾਰ ਕਰਕੇ ਪੰਜਾਬ ਦੇ ਲੋਕੀ ਉਡੀਕ ਕਰ ਰਹੇ ਸੀ ਕਿ ਇਹ ਦਿਨ ਆਵੇ ਤੇ ਕਾਂਗਰਸ ਸਰਕਾਰ ਤੋਂ ਵੀ ਤੇ ਆਮ ਆਦਮੀ ਪਾਰਟੀ ਤੋਂ ਵੀ ਹਿਸਾਬ ਕਿਤਾਬ ਲਿਆ ਜਾ ਸਕੇ। ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਗਠਜੋੜ ਹਮੇਸ਼ਾ ਹੀ ਪੰਜਾਬ ਦੀ ਜਨਤਾ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਔਰ ਜਨਤਾ ਦੇ ਸਹਿਯੋਗ ਦੇ ਨਾਲ ਇੱਕ ਸਟੇਬਲ ਤੇ ਲੋਕਾਂ ਦੀ ਸਰਕਾਰ ਬਣਾ ਕੇ ਫਿਰ ਪੰਜਾਬ ਦੇ ਵਿੱਚ ਜੋ ਅਮਨ ਸ਼ਾਂਤੀ ਸੀ, ਜੋ ਵਿਕਾਸ ਸੀ, ਜੋ ਸਦਭਾਵਨਾ ਸੀ, ਜੋ ਸਾਂਝੀਵਾਲਤਾ ਦਾ ਮਾਹੌਲ ਸੀ, ਉਹਨੂੰ ਫਿਰ ਸਥਾਪਿਤ ਕਰੇਗਾ। ਸਾਰਿਆਂ ਨੂੰ ਬਹੁਤ ਬਹੁਤ ਵਧਾਈ।
ਬੀਜੇਪੀ ਦੇ ਸੀਨੀਅਰ ਆਗੂ ਗਜੇਂਦਰ ਸ਼ੇਖਾਵਤ ਦਾ ਵੀ ਪੰਜਾਬ ਦੇ ਵਿੱਚ ਚੋਣਾਂ ਨੂੰ ਲੈ ਕੇ ਤਰੀਕਾਂ ਦੇ ਐਲਾਨ ਤੇ ਪ੍ਰਤੀਕਰਮ ਸਾਹਮਣੇ ਆਇਆ। ਉਹਨਾਂ ਨੇ ਚੋਣ ਕਮਿਸ਼ਨ ਦੇ ਇਸ ਐਲਾਨ ਦਾ ਸਵਾਗਤ ਕੀਤਾ ਹੈ। ਉਹਨਾਂ ਕਿਹਾ ਹੈ ਕਿ सूबे दे विच फ्री अते फेयर चोणां होणगीआं ते सूबे दे लोग चंगी छवि वाले आगुआं नूं मौका देणगे। इस तरह के हालात दुनिया में और देश में है। कोरोना के केसेस की संख्या जिस तरह से एकदम से बढ़ी है, हम सब ने देखा है कि पिछले 8 ही दिनों में 9,000 से बढ़ कर के हम 1 लाख से कहीं अधिक तक पहुंच चुके हैं प्रतिदिन केसेस की दृष्टि से। तो निश्चित ही ये इलेक्शन कमीशन का निर्णय स्वागत योग्य है, लेकिन साथ ही मैं ये कहना चाहूँगा कि इलेक्शन कमीशन ने तारीखों का ऐलान करके और साथ में इन व्यवस्थाओं का ऐलान करके उन सारे लोगों की राजनीतिक चर्चाओं पर विराम लगा दिया है जो अपनी कमजोरियों को छुपाने के लिए अलग अलग तरह के कयास लगाते थे कि चुनाव पोस्टपोन करने के लिए सरकार काम कर रही है। सरकार चुनाव पोस्टपोन करना चाहती है, समय पर नहीं कराना चाहती है। मुझे लगता है कि उनके उन सारे आकलनों पे, उन सारी चर्चाओं पर विराम लगाए। अब सभी पॉलिटिकल पार्टियों को फ्री एंड फेयर इलेक्शन हो, सब लोग सौहार्द को बनाए रखते हुए चुनाव में जाएं, इसकी आवश्यकता है। प्रधानमंत्री की सुरक्षा दे विच कथित खामी की गल नूं लैके गजेंद्र शेखावत ने कहा है कि देश भर के लोगों ने सूबे दे विच होई इस घटना तो बाद प्रधानमंत्री की सुरक्षा नूं लैके चिंता जताई है। शेखावत ने कहा है कि सूबा सरकार की जिम्मेवारी बनती है कि प्रधानमंत्री की सुरक्षा का ख्याल रखा जाए। इस मौके उन्होंने कांग्रेस की सूबा सरकार के उपर तिखे सियासी वार भी किए ने। और देश के 135 करोड़ लोगों ने, चाहे वो किसी भी राजनीतिक विचारधारा के होंगे, शायद कुछ लोगों का साहस नहीं होगा कि अपनी राजनीतिक विचारधाराओं के चलते हुए खुले में आकर के इसकी निंदा करें, लेकिन अकेले में बैठ करके शायद हर एक व्यक्ति ने इसकी निंदा की होगी। देश का प्रधानमंत्री का पद जो अपने आप में एक इंस्टीट्यूशन है, उनकी सुरक्षा के साथ जिस तरह से खिलवाड़ हुई, भारत का रहने वाला व्यक्ति चाहे कहीं भी दुनिया में होगा, उसका मन व्यक्ति तक चिंतित हुआ होगा। जहां तक फ्री एंड फेयर इलेक्शन कराने का विषय है, एडिकेट सेंट्रल फोर्सेस अब जो है वो डिप्लॉय की जाएंगी और इलेक्शन कमीशन फ्री एंड फेयर इलेक्शन इंश्योर करेगा। ये जो है अभी चीफ इलेक्शन कमीशन ने अपने जो है सवाल का जवाब देते हुए ये कहा है। आम आदमी पार्टी के आगू राघव चड्डा और पंजाब प्रभारी जरनैल सिंह द्वारा चंडीगढ़ विखे एक प्रैस कॉन्फ्रेंस करके बीजेपी उपर तिखे सियासी निशाने विने गए ने। आम आदमी पार्टी के प्रभारी जरनैल सिंह ने बीजेपी ते इल्जाम लगाउंदियां कहा है कि नियमां नूं ताक ते रख के बीजेपी का मेयर चंडीगढ़ दे विच चुनिया गया। राघव चड्डा ने कहा है कि इस मामले दे विच आम आदमी पार्टी कोल कानूनी विकल्प ने अते ਉਹ इस मामले के उपर कानूनी कार्रवाई करनगे। इस मौके दोहां आगूआं वल्लों अफसरशाही ते भी दबाव विच काम करन दे इल्जाम लगाए गए ने। ਚੰਡੀਗੜ੍ਹ ਨਗਰ ਨਿਗਮ ਚੋਣਾਂ ਦੇ ਨਤੀਜੇ ਆਏ ਤੇ ਚੰਡੀਗੜ੍ਹ ਦੇ ਲੋਕਾਂ ਦਾ ਫੈਸਲਾ ਲੋਕਾਂ ਦੇ ਸਾਹਮਣੇ ਆ ਗਿਆ ਕਿ ਲੋਕਾਂ ਨੇ ਸਭ ਤੋਂ ਵੱਡੀ ਪਾਰਟੀ ਆਮ ਆਦਮੀ ਪਾਰਟੀ ਨੂੰ ਬਣਾਇਆ। ਚੰਡੀਗੜ੍ਹ ਦੇ ਲੋਕਾਂ ਦੀ ਪਹਿਲੀ ਪਸੰਦ ਆਮ ਆਦਮੀ ਪਾਰਟੀ ਬਣੀ। ਸਭ ਤੋਂ ਜ਼ਿਆਦਾ ਸੀਟਾਂ ਚੰਡੀਗੜ੍ਹ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਦਿੱਤੀਆਂ। ਕਨਸਟੀਟਿਊਸ਼ਨ ਦੇ ਮੁਤਾਬਕ ਅੱਜ ਆਮ ਆਦਮੀ ਪਾਰਟੀ ਦਾ ਮੇਅਰ ਚੰਡੀਗੜ੍ਹ ਕਾਰਪੋਰੇਸ਼ਨ ਵਿੱਚ ਬਣਨਾ ਸੀ, ਪਰ ਬੀਜੇਪੀ ਜਿੱਦਾਂ ਤੁਸੀਂ ਕਹਿ ਸਕਦੇ ਹੋ ਇਸ ਚੀਜ਼ ਦਾ ਇੱਕ ਟਰੈਕ ਰਿਹਾ ਹੈ ਕਿ ਲੋਕਾਂ ਦੇ ਫਤਵੇ ਦਾ ਅਪਮਾਨ ਕਿਸ ਤਰੀਕੇ ਕਰਨਾ ਹੈ। ਇਸ ਤੋਂ ਪਹਿਲਾਂ ਵੀ ਬਹੁਤ ਵਾਰੀ ਵੇਖਿਆ। ਸਭ ਤੋਂ ਪਹਿਲੀ ਗੱਲ ਕਿ ਜਦੋਂ ਬੀਜੇਪੀ ਦੀ ਕਿਤੇ ਸਰਕਾਰ ਨਹੀਂ ਬਣਦੀ ਤੇ ਹਰ ਵਾਰ ਦੀ ਤਰ੍ਹਾਂ ਕਾਂਗਰਸ ਨੇ, ਜੋ ਆਪਾਂ ਸ਼ੁਰੂ ਤੋਂ ਕਹਿੰਦੇ ਆਏ ਹਾਂ ਕਿ ਕਾਂਗਰਸ ਤੇ ਬੀਜੇਪੀ ਦੇ ਵਿੱਚ ਨਜਾਇਜ਼ ਸੰਬੰਧ ਨੇ, ਉਹ ਨਜਾਇਜ਼ ਸੰਬੰਧਾਂ ਦਾ ਇੱਕ ਵਾਰ ਫਿਰ ਤੋਂ ਪ੍ਰਮਾਣ ਦਿੱਤਾ ਕਿ ਆਪਣਾ ਪਾਰਸ਼ਦ ਸਿੱਧਾ ਬੀਜੇਪੀ ਦੇ ਵਿੱਚ ਸ਼ਾਮਲ ਕਰਾਤਾ। ਕਾਂਗਰਸ ਦਾ ਪਾਰਸ਼ਦ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਵੀ ਜਦੋਂ ਗੱਲ ਨਹੀਂ ਬਣੀ, ਉਸ ਤੋਂ ਬਾਅਦ ਕੀ ਕੀਤਾ ਗਿਆ, ਐਮਪੀ ਦੀ ਵੋਟ ਵੀ ਕਰਾ ਲਈ ਗਈ। ਐਮਪੀ ਦੀ ਵੋਟ ਕਰਾਉਣ ਤੋਂ ਬਾਅਦ ਵੀ ਗੱਲ ਨਹੀਂ ਬਣੀ ਤੇ ਆਮ ਆਦਮੀ ਪਾਰਟੀ ਦੀ ਵੋਟ ਨੂੰ ਸਿੱਧਾ ਰਿਜੈਕਟ ਕਰਕੇ ਤੇ ਬੀਜੇਪੀ ਦੀ ਫਟੀ ਹੋਈ ਵੋਟ ਤੋਂ ਵੀ ਵੈਲਿਡ ਕਰਾਰ ਦੇ ਕੇ ਸਰੇਆਮ ਨਿਯਮ ਕਾਨੂੰਨ ਨੂੰ ਤਾਕ ਤੇ ਰੱਖ ਕੇ ਉਹਦੀ ਧੱਜੀਆਂ ਉਡਾਉਂਦੇ ਹੋਏ ਜ਼ਬਰਦਸਤੀ बीजेपी का मेयर डिक्लेयर कर दिया गया। कांग्रेस पार्टी ने बीजेपी की मदद करी, अपने काउंसलर बीजेपी को सौंप दिए, इनके काउंसलर ने बीजेपी के लिए वोट दिया और भारतीय जनता पार्टी ने एक अलायंस के चलते अपना मेयर बनाया। पूरे इलेक्शन प्रोसेस को पूरी तरीके से एक पार्शियल प्रोसेस में बनाया गया, तब्दील किया गया।
और फ्री एंड फेयर इलेक्शन की धज्जियां उड़ाते हुए आम आदमी पार्टी के सही वोट को फाड़कर रिजेक्ट कर दिया और बीजेपी के फटे हुए वोट को एक्सेप्ट करके वैलिड वोट करार दिया गया और आंकड़ों की बाजीगरी इस तरह करी कि बीजेपी के 14 हो जाए और आम आदमी पार्टी के 13 हो जाए और मेयर बीजेपी का बन जाए। ये एक अलायंस के तहत कांग्रेस और बीजेपी ने अलायंस के तहत इस इलेक्शन को लड़ा है, जिसमें कांग्रेस ने अपने काउंसलर को एक्सपोर्ट किया बीजेपी में और बाकी काउंसलर्स को कहा कि आप एब्सटेन करिए वोटिंग से, यानी कि वोट डालने मत आइएगा ताकि बीजेपी को सहूलियत मिल जाए। हम बीजेपी का मेयर तो चाहते हैं लेकिन हम आम आदमी पार्टी का मेयर बर्दाश्त नहीं कर सकते। आने वाले समय में पंजाब में भी ये सारी पार्टियां मिलकर आम आदमी पार्टी को और अरविंद केजरीवाल जी को रोकने की कोशिश करेंगी। कांग्रेस, बीजेपी, अकाली दल, ये तीनों पार्टियां मिलकर इलेक्शन लड़ेंगी। चाहे इनके इलेक्शन सिंबल अलग हों, लेकिन अंदर से इन लोगों का एक इनफॉर्मल अनहोली नेक्सस है, एक अलायंस है और अलायंस के तहत वो लोग आम आदमी पार्टी और अरविंद केजरीवाल जी के खिलाफ पंजाब का इलेक्शन भी लड़ेंगी। ये मैं पंजाब की आवाम को सावधान करना चाहता हूं। ਤੇ ਉਧਰ 108 ਐਂਬੂਲੈਂਸ ਡਰਾਈਵਰਾਂ ਦੇ ਵੱਲੋਂ ਸੂਬਾ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਐਂਬੂਲੈਂਸ ਡਰਾਈਵਰਾਂ ਵੱਲੋਂ ਸਰਕਾਰ ਦੇ ਉੱਪਰ ਇਲਜ਼ਾਮ ਲਗਾਏ ਗਏ ਨੇ ਕਿ ਸਰਕਾਰ ਨੇ ਉਹਨਾਂ ਦੇ ਨਾਲ ਵਾਅਦੇ ਕੀਤੇ ਸਨ ਪਰ ਵਾਅਦੇ ਪੂਰੇ ਨਹੀਂ ਕੀਤੇ ਗਏ। ਡਰਾਈਵਰਾਂ ਦਾ ਕਹਿਣਾ ਹੈ ਕਿ ਸਰਕਾਰ ਜੇਕਰ ਜਲਦ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰਦੀ ਤਾਂ ਉਹ ਚੋਣਾਂ ਦੇ ਵਿੱਚ ਸੂਬਾ ਸਰਕਾਰ ਦੇ ਖਿਲਾਫ ਪ੍ਰਚਾਰ ਕਰਨਗੇ। ਅਸੀਂ ਨਾ ਸਾਡੇ 4 ਜ਼ਿਲ੍ਹੇ ਇਕੱਠੇ ਹੋਏ ਆ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਤੇ ਹੁਸ਼ਿਆਰਪੁਰ ਜ਼ਿਲ੍ਹੇ। 4 ਜ਼ਿਲ੍ਹੇ ਇਕੱਠੇ ਹੋਏ ਆ ਵੀ ਇਹ ਇੱਕ ਕੰਪਨੀ ਆ 108 ਜਿਹੜੀ ਚਲਾ ਰਹੀ ਹੈ ਜਗੀਜ਼ਾ ਹੈਲਥ ਕੇਅਰ। ਇਹ ਕੰਪਨੀ ਨੂੰ ਅਸੀਂ ਕਹਿੰਦੇ ਵੀ ਕੰਪਨੀ ਸਿਸਟਮ ਬੰਦ ਕਰੋ, ਸਾਨੂੰ ਜਿਹੜੇ ਪੱਕੇ ਮੁਲਾਜ਼ਮਾਂ ਦੇ ਵਿੱਚ ਮਤਲਬ ਸਾਨੂੰ ਪੱਕੇ ਕਰੋ ਤੇ ਰੈਗੂਲਰ ਕਰੋ। ਇਹਨਾਂ 4 ਮਹੀਨੇ ਹੋ ਗਏ ਸਾਡੀਆਂ ਤਨਖਾਹਾਂ ਨਹੀਂ ਆ ਰਹੀਆਂ, ਨਾ ਤੇ ਸਾਨੂੰ ਮਿਲੀ ਦੀਵਾਲੀ ਤੇ ਤਨਖਾਹ ਜੀ ਤੇ ਨਾ ਸਾਨੂੰ ਕੋਈ ਮਤਲਬ ਦੁਸਹਿਰੇ ਦੇ ਕੋਈ ਸਾਨੂੰ 4 ਮਹੀਨੇ ਹੋ ਗਏ ਤਨਖਾਹ ਨਹੀਂ ਸਾਡੀ ਆ ਰਹੀ ਜੀ। ਸਾਡਾ ਮੇਨ ਮੁੱਦਾ ਵਾਲੀ ਕੰਪਨੀ ਬਾਹਰ ਹੋਣੀ ਚਾਹੀਦੀ, ਕੰਪਨੀ ਬਾਹਰ ਕਰੋ ਜੀ। ਇਸ ਸੰਬੰਧੀ ਕੋਈ ਸਰਕਾਰ ਨੂੰ ਮੰਗ ਪੱਤਰ, ਸਰਕਾਰ ਨੂੰ ਕੋਈ ਮੰਗ ਪੱਤਰ ਪਹਿਲਾਂ ਦੇ ਦਿੱਤੇ? ਮੰਗ ਪੱਤਰ ਦਿੱਤਾ ਸਰਕਾਰ ਨੂੰ, ਸੋਨੀ ਸਾਹਿਬ ਨੂੰ ਦਿੱਤਾ। ਤੇ ਉਧਰ ਅੰਮ੍ਰਿਤਸਰ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਇਸ ਮੌਕੇ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ, ਜਿਸ ਦੇ ਵਿੱਚ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਸੰਗਤਾਂ ਨੇ ਆਪਣਾ ਯੋਗਦਾਨ ਪਾਇਆ। ਸੰਗਤਾਂ ਨੇ ਹੁਮ-ਹੁਮਾ ਕੇ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਅਤੇ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਯਾਦ ਕੀਤਾ ਹੈ। ਅੱਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਮਨਾਉਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਜੀ ਵੱਲੋਂ ਨਗਰ ਕੀਰਤਨ ਦੀ ਪ੍ਰਾਰੰਭਤਾ ਕੀਤੀ ਗਈ ਹੈ, ਜੋ ਪਰਿਕਰਮਾ ਵਿੱਚੋਂ ਹੁੰਦਾ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਜਾ ਕੇ ਸੰਪੂਰਨ ਹੋਵੇਗਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਖਾਲਸੇ ਦੀ ਸਾਜਨਾ ਕੀਤੀ, ਆਪਣਾ ਸਾਰਾ ਸਰਬੰਸ ਕੁਰਬਾਨ ਕੀਤਾ, ਹਿੰਦੁਸਤਾਨ ਨੂੰ ਯਾਦ ਕਰਾਇਆ। ਇਹਨਾਂ ਸਤਿਗੁਰਾਂ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਬੇ ਦੀਆਂ ਪ੍ਰਮੁੱਖ ਸਿਆਸੀ ਅਤੇ ਸਮਾਜਿਕ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ।